ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੇ ਅੰਦਰ ਜਿਨ੍ਹਾਂ ਜਗਿਆਸੂ ਜੀਵ ਇਸਤਰੀਆਂ ਦੇ ਹਿਰਦੇ ਵਿੱਚ ਹਰੀ ਪ੍ਰਮਾਤਮਾ ਪ੍ਰਤੱਖ ਆ ਵਸਦਾ ਹੈ, ਉਹਨਾਂ ਦੇ ਹਿਰਦੇ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ। ਉਹ ਆਤਮਿਕ ਆਨੰਦ ਨੂੰ ਮਾਣਦੇ ਨੇ। ਆਪਾਂ ਆਮ ਸੰਸਾਰੀ ਮਨੁੱਖ ਦੁਨਿਆਵੀ ਪਦਾਰਥਾਂ ਵਿੱਚੋਂ ਆਨੰਦ ਲੱਭਦੇ ਹਾਂ, ਮਾਇਆ ਵਿੱਚੋਂ ਆਨੰਦ ਲੱਭਣ ਦਾ ਯਤਨ ਕਰਦੇ ਹਾਂ। ਗੁਰੂ ਸਾਹਿਬ ਆਖਦੇ ਨੇ ਇਹ ਆਨੰਦ ਭਾਈ ਸਦੀਵੀ ਨਹੀਂ। ਜੇ ਤੂੰ ਸਦੀਵੀ ਆਨੰਦ ਚਾਹੁੰਦਾ ਹੈ ਵੀ ਸਦਾ ਜ਼ਿੰਦਗੀ ਵਿੱਚ ਆਨੰਦ ਬਣਿਆ ਰਵੇ, ਫਿਰ ਤੈਨੂੰ ਗੁਰੂ ਚਰਨਾਂ ਨਾਲ ਜੁੜਨਾ ਪਵੇਗਾ। ਸੁਰਤ ਜੋੜ ਕੇ ਬਾਣੀ ਨੂੰ ਪੜ੍ਹਨਾ ਪਵੇਗਾ, ਬਾਣੀ ਨੂੰ ਸੁਣਨਾ ਪਵੇਗਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਭਾਈ, ਜੋ ਆਤਮਿਕ ਆਨੰਦ ਹੈ ਇਹਨੂੰ ਪੈਸਿਆਂ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਇਹ ਆਤਮਿਕ ਆਨੰਦ ਤੈਨੂੰ ਗੁਰੂ ਨੇ ਬਖਸ਼ਣਾ ਹੈ। ਜਦੋਂ ਤੂੰ ਸ਼ਬਦ ਦੀ ਕਮਾਈ ਕਰੇਂਗਾ, ਸੁਰਤ ਜੋੜ ਕੇ ਸ਼ਬਦ ਨੂੰ ਕਮਾਵੇਂਗਾ, ਨਾਮ ਜਪੇਂਗਾ, ਫਿਰ ਤੈਨੂੰ ਇਸ ਆਤਮਿਕ ਆਨੰਦ ਦੀ ਪ੍ਰਾਪਤੀ ਹੈ। ਇਹ ਆਤਮਿਕ ਆਨੰਦ ਐਸਾ ਹੈ, ਫਿਰ ਭਾਵੇਂ ਸੀਸ ਤੇ ਆਰਾ ਹੋਵੇ, ਰੂਮ ਵਿੱਚ ਲਪੇਟ ਕੇ ਸਾੜਿਆ ਜਾ ਰਿਹਾ ਹੋਵੇ, ਉਬਲਦੀ ਦੇਗ ਵਿੱਚ ਉਬਾਲਿਆ ਜਾ ਰਿਹਾ ਹੋਵੇ, ਬੰਦ ਕੱਟੇ ਜਾ ਰਹੇ ਹੋਣ, ਇਸ ਆਨੰਦ ਵਿੱਚ ਕਮੀ ਨਹੀਂ ਹੁੰਦੀ। ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਜਿਨ੍ਹਾਂ ਜਗਿਆਸੂ ਜੀਵ ਇਸਤਰੀਆਂ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਪ੍ਰਤੱਖ ਆ ਵਸਿਆ ਹੈ, ਪ੍ਰਗਟ ਹੋ ਗਿਆ ਹੈ, ਉਹ ਇਸ ਆਤਮਿਕ ਆਨੰਦ ਨੂੰ ਮਾਣ ਰਹੇ ਨੇ। ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਹੁਣ ਪਰਮਾਤਮਾ ਨੂੰ ਬਿਨਾਂ ਗੁਰੂ ਦੀ ਸਹਾਇਤਾ ਤੋਂ ਮਿਲਿਆ ਨਹੀਂ ਜਾ ਸਕਦਾ। ਇੱਕ ਗੱਲ ਸਮਝਣ ਵਾਲੀ ਹੈ, ਵਾਹਿਗੁਰੂ ਕਿਰਪਾ ਕਰਦਾ, ਪੂਰੇ ਗੁਰੂ ਦੇ ਨਾਲ ਮਿਲਾਉਂਦਾ ਹੈ, ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਪੂਰਾ ਗੁਰੂ ਸਾਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਮਿਲਾ ਦਿੰਦਾ ਹੈ, ਅਭੇਦ ਕਰਾ ਦਿੰਦਾ ਹੈ। ਸੰਤ ਜਨਾਂ ਨੇ, ਪੂਰੇ ਗੁਰੂ ਨੇ ਕਿਰਪਾ ਕੀਤੀ ਹੈ, ਵਾਹਿਗੁਰੂ ਦੇ ਨਾਲ ਮਿਲਾਪ ਕਰਾ ਦਿੱਤਾ ਹੈ। ਹੁਣ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ, ਜੋ ਆਨੰਦ ਸਰੂਪ ਹੈ, ਗੁਰੂ ਸਾਹਿਬ ਆਖਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਜਿਹੜੇ ਦੁੱਖ ਨੇ ਉਹਨਾਂ ਦਾ ਖਾਤਮਾ ਹੋ ਗਿਆ। ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦੇ ਨੇ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਉਹਨਾਂ ਦੇ ਹਿਰਦੇ ਰੂਪੀ ਜਿਹੜੀ ਸੇਜ ਹੈ, ਉਹ ਆਖਦੇ ਸੁਹਾਵਣੀ ਬਣ ਜਾਂਦੀ ਹੈ। ਸੇਜ ਸੁਹਾਵੀ, ਹਿਰਦਾ ਰੂਪੀ ਸੇਜ, ਕਿਉਂਕਿ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਪ੍ਰਗਟ ਹੋ ਗਿਆ। ਹਿਰਦਾ ਜੋ ਪਹਿਲਾਂ ਵਿਕਾਰਾਂ ਦੀ ਮੈਲ ਦੇ ਨਾਲ ਮਲੀਨ ਸੀ, ਉਹ ਹਿਰਦਾ ਨਿਰਮਲ ਹੋ ਗਿਆ, ਸਵੱਛ ਹੋ ਗਿਆ, ਤੇ ਸਾਰੇ ਸੁੱਖਾਂ ਦੀ ਪ੍ਰਾਪਤੀ, ਦੁੱਖਾਂ ਦੀ ਆਖਦੇ ਨੇ ਉਹਨਾਂ ਦੇ ਜੀਵਨ ਵਿੱਚ ਫਿਰ ਥਾਂ ਨਹੀਂ ਰਹਿੰਦੀ। ਸਰਬ ਸੁਖ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ, ਜਾਏ ਤੋਂ ਭਾਵੇਂ ਥਾਂ। ਕਿਉਂਕਿ ਜਦੋਂ ਪਰਿਪੂਰਨ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਫਿਰ ਦੁੱਖ ਵੀ ਮਨੁੱਖ ਨੂੰ ਪਰਮਾਤਮਾ ਦੀ ਦਿੱਤੀ ਹੋਈ ਦਾਤ ਲੱਗਦੇ ਨੇ। ਦੁੱਖ ਨੂੰ ਵੀ ਸੁੱਖ ਸਮਝ ਕੇ ਫਿਰ ਮਨੁੱਖ ਕਬੂਲ ਕਰ ਲੈਂਦਾ ਹੈ। ਕਹਿਣ ਤੋਂ ਭਾਵ ਫਿਰ ਰਜਾ ਵਿੱਚ ਰਹਿਣਾ ਆ ਜਾਂਦਾ ਹੈ। ਵਾਹਿਗੁਰੂ ਦੀ ਰਜਾ ਮਿੱਠੀ ਲੱਗਣ ਲੱਗ ਪੈਂਦੀ ਹੈ। ਫਿਰ ਅੱਗੇ ਕਿਰਪਾ ਕੀਤੀ ਹੈ, ਇਛ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਈ। ਜੋ ਭਗਤ ਜਨ ਹਨ, ਸਤਸੰਗੀ ਹਨ, ਇਹਨਾਂ ਦੀ ਵੀ ਇੱਕ ਮੰਜ਼ਿਲ ਹੁੰਦੀ ਹੈ। ਇਹਨਾਂ ਦੀ ਵੀ ਮਨ ਦੀ ਇੱਛਾ ਹੁੰਦੀ ਹੈ ਵੀ ਭਗਤੀ ਕਰਕੇ, ਨਾਮ ਜਪ ਕੇ ਪਰਮਾਤਮਾ ਨੂੰ ਪਾ ਲਾਂ, ਪਰਮਾਤਮਾ ਦੇ ਨਾਲ ਮਿਲਾਪ।
ਜੋ ਭਗਤ ਜਨ ਹਨ, ਬੰਦਗੀ ਕਰਦੇ ਨੇ, ਪਰਮਾਤਮਾ ਦੀ ਇਬਾਦਤ ਕਰਦੇ ਨੇ, ਇੱਕ ਇੱਛਾ ਆਪਣੇ ਮਨ ਅੰਦਰ ਰੱਖ ਕੇ ਵੀ ਇੱਕ ਦਿਨ ਐਸਾ ਆਵੇਗਾ, ਵਾਹਿਗੁਰੂ ਦਾ ਦੀਦਾਰ ਹੋਵੇਗਾ, ਵਾਹਿਗੁਰੂ ਦੇ ਦਰਸ਼ਨ ਹੋਣਗੇ। ਇਹ ਇੱਛਾ ਰੱਖ ਕੇ ਬੰਦਗੀ ਕਰਨ ਵਾਲੇ ਬੰਦਗੀ ਕਰਦੇ ਨੇ। ਗੁਰੂ ਸਾਹਿਬ ਆਖਦੇ ਨੇ, ਇੱਛ ਪੁਨੀ ਵੱਡ ਭਾਗਣੀ, ਵੱਡੇ ਭਾਗਾਂ ਵਾਲਿਆਂ ਦੀ ਵੱਡੇ ਭਾਗਾਂ ਨਾਲ ਆਖਦੇ ਨੇ ਮਨ ਦੀ ਇੱਛਾ ਪੂਰੀ ਹੋ ਗਈ, ਵਰ ਪਾਇਆ ਹਰ ਰਾਏ, ਹਰੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਵੱਡੇ ਭਾਗਾਂ ਕਰਕੇ ਹਰੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਗਿਆ। ਇਹ ਪੂਰੇ ਗੁਰੂ ਨੇ ਸਹਾਇਤਾ ਕੀਤੀ, ਮਿਲਾਪ ਕਰਾਇਆ। ਅੱਗੇ ਬਖਸ਼ਿਸ਼ ਕਰ ਰਹੇ ਨੇ, ਮਿਲ ਸਹੀਆ ਮੰਗਲ ਗਾਵੇ, ਗੀਤ ਗੋਬਿੰਦ ਆਲਾਏ। ਜਿਨ੍ਹਾਂ ਨੂੰ ਹਰੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਮਿਲਾਪ ਦੀ ਪ੍ਰਾਪਤੀ ਹੋ ਗਈ, ਉਹ ਆਖਦੇ ਨੇ ਸਤਸੰਗੀਆਂ ਦੇ ਨਾਲ, ਗੁਰਮੁਖਾਂ ਦੇ ਨਾਲ ਮਿਲ ਕੇ ਹਰ ਵਕਤ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਹਰ ਵਕਤ ਉਸ ਪਰਮਾਤਮਾ ਨੂੰ ਆਰਾਧਦੇ ਨੇ ਜਿਹਦਾ ਨਾਮ ਜਪ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹਾਲਤ ਪਲਤ ਸਵਾਰਿਓ ਨਿਸ਼ਚਲ ਦਿੱਤੀਆਂ ਨੇ ਜਾਏ, ਹਰ ਜਿਹਾ ਅਵਰ ਨਾ ਦਿਸੈ, ਕੋਈ ਦੂਜਾ ਲਵੇ ਨਾ ਲਾਏ। ਜੋ ਭਗਤ ਜਨ ਹਨ, ਉਹਨਾਂ ਨੂੰ ਹਰੀ ਪਰਮਾਤਮਾ ਵਰਗਾ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਜੋ ਬਾਂਹ ਫੜ ਲਵੇ, ਜੋ ਦੁੱਖ ਦੂਰ ਕਰ ਦੇਵੇ, ਜੋ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੋਵੇ, ਜੋ ਹਰ ਥਾਂ ਮਦਦਗਾਰ ਹੋਵੇ। ਭਗਤਾਂ ਨੂੰ ਪਰਮਾਤਮਾ ਤੋਂ ਬਗੈਰ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਹਰ ਜਿਹਾ ਵੀ ਹਰੀ ਵਰਗਾ, ਪਰਮਾਤਮਾ ਵਰਗਾ ਅਵਰ ਨਾ ਦਿਸੇ, ਹੀ ਦੂਜਾ ਉਹਨਾਂ ਨੂੰ ਕੋਈ ਦਿਸਦਾ ਹੀ ਨਹੀਂ। ਕੋਈ ਦੂਜਾ ਲਵੇ ਨਾ ਲਾਏ, ਦੂਜੇ ਦੀ ਝਾਕ ਉਹਨਾਂ ਦੇ ਮਨ ਅੰਦਰ ਪੈਦਾ ਹੀ ਨਹੀਂ ਹੁੰਦੀ। ਉਹ ਨਾਮ ਜਪ ਜਪ ਕੇ ਹਲਤ ਪਲਤ ਸਵਾਰਿਆਂ ਨਿਸ਼ਚਲ ਦਿੱਤੀਆਂ ਜਾਏ। ਹਲਤ ਤੋਂ ਭਾਵੈ ਲੋਕ ਤੇ ਪਲਤ ਤੋਂ ਭਾਵੈ ਪਰਲੋਕ। ਉਹ ਆਪਣਾ ਲੋਕ ਪਰਲੋਕ ਸਵਾਰ ਲੈਂਦੇ ਨੇ। ਪਰਮਾਤਮਾ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਐਸੀ ਲਿਵ ਲੀਨਤਾ ਵਾਲੀ ਥਾਂ ਬਖਸ਼ਦਾ, ਉਹ ਮੁੜ ਦੌੜਦੇ ਨੇ। ਐਸਾ ਪ੍ਰਭੂ ਚਰਨਾਂ ਦੇ ਨਾਲ ਪਿਆਰ ਬਣਦਾ ਵੀ ਹਰ ਵਕਤ ਫਿਰ ਪਰਮਾਤਮਾ ਦੀ ਇਬਾਦਤ ਕਰਦੇ ਨੇ। ਤੇ ਪਰਮਾਤਮਾ ਉਹਨਾਂ ਨੂੰ ਸੰਸਾਰ ਸਾਗਰ ਤੇ ਰੱਖਿਆਨ, ਬੋਹੜ ਨਾ ਜਨਮੈ ਧਾਏ। ਉਹਨਾਂ ਦਾ ਆਵਾਗਮਨ ਕੱਟ ਦਿੰਦਾ ਹੈ। ਉਹ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ, 84 ਕੱਟ ਲੈਂਦੇ ਨੇ। ਸੰਸਾਰ ਰੂਪੀ ਸਮੁੰਦਰ ਤੋਂ ਵਾਹਿਗੁਰੂ ਉਹਨਾਂ ਨੂੰ ਪਾਰ ਕਰਾ ਦਿੰਦਾ ਹੈ, ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ। ਅੱਗੇ ਕਿਰਪਾ ਕੀਤੀ ਹੈ, ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਨੀ ਪਾਏ। ਹੈ ਪ੍ਰਮਾਤਮਾ, ਤੇਰੇ ਤਾਂ ਬੇਅੰਤ ਗੁਣ ਨੇ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਤੇ ਸਾਡੀ ਜੀਵ ਇੱਕ ਹੈ। ਇੱਕ ਜੀਵ ਦੇ ਨਾਲ ਵਾਹਿਗੁਰੂ ਤੇਰੇ ਗੁਣਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਨੀ ਪਾਏ। ਜਿਹੜੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲਿਆ, ਉਹ ਤਰ ਜਾਂਦੇ ਨੇ। ਵਾਹਿਗੁਰੂ ਉਹਨਾਂ ਦਾ ਪਾਰ ਉਤਾਰਾ ਕਰਾ ਦਿੰਦਾ ਹੈ। ਫਾਲ ਗੁਣ ਨਿਤ ਸਾ ਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਤਮਾਏ ਤੋਂ ਭਾਵੈ ਤਮਾ, ਲਾਲਚ। ਵੀ ਫੱਗਣ ਦੇ ਮਹੀਨੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਨੂੰ ਭਾਈ ਆਰਾਧਨਾ ਕਰ, ਜਿਹਨੂੰ ਭੋਰਾ ਵੀ ਲਾਲਚ ਨਹੀਂ ਵੀ ਕੋਈ ਉਹਦੀ ਵਡਿਆਈ ਕਰੇ, ਉਹਦੀ ਉਸਤਤੀ ਕਰੇ, ਉਹਦਾ ਨਾਮ ਜਪੇ। ਵਾਹਿਗੁਰੂ ਨੂੰ ਬਿਲਕੁਲ ਵੀ ਗੁਰੂ ਸਾਹਿਬ ਆਖਦੇ ਨੇ ਰੱਤਾ ਭਰ ਵੀ ਲਾਲਚ ਨਹੀਂ। ਜੇਕਰ ਨਾਮ ਜਪਾਂਗੇ ਲਾਭ ਸਾਨੂੰ ਹੈ, ਨਹੀਂ ਨਾਮ ਜਪਦੇ ਤੇ ਨੁਕਸਾਨ ਵੀ ਸਾਡਾ ਹੀ ਹੈ। ਅੱਗੇ ਕਿਰਪਾ ਕੀਤੀ ਹੈ, ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਵੀ ਵਾਹਿਗੁਰੂ ਦਾ ਨਾਮ ਜਪਿਆ, ਤਿਨਕੇ ਕਾਜ ਸਰੇ। ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਨੇ ਸਫਲੇ ਕਰ ਦਿੱਤੇ ਨੇ। ਉਹਨਾਂ ਦੇ ਕਾਰਜ ਰਾਸ ਹੋ ਗਏ ਨੇ। ਸਭ ਤੋਂ ਵੱਡਾ ਕਾਰਜ ਇਹ ਵੀ ਉਹਨਾਂ ਦਾ ਸੰਸਾਰ ਤੇ ਆਇਆ ਸਫਲਾ ਹੋ ਗਿਆ। ਉਹਨਾਂ ਨੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ। ਹਰ ਗੁਰ ਪੂਰਾ ਆਰਾਧਿਆ, ਦਰਗਾਹ ਸੱਚ ਕਰੇ। ਉਹ ਵਾਹਿਗੁਰੂ ਦੇ ਦਰਗਾਹ ਵਿੱਚ ਸਰਖਰੂ ਹੋ ਕੇ ਜਾਂਦੇ ਨੇ, ਜਿਨ੍ਹਾਂ ਨੇ ਆਪਣੇ ਗੁਰੂ ਤੇ ਪੂਰਨ ਪਰਮੇਸ਼ਰ ਨੂੰ ਆਰਾਧਿਆ। ਉਹ ਬੇਦਾਗ ਸੰਸਾਰ ਤੋਂ ਜਾਂਦੇ ਨੇ ਤੇ ਪਰਮਾਤਮਾ ਦੀ ਦਰਗਾਹ ਵਿੱਚ ਗਿਆ ਉਹਨਾਂ ਨੂੰ ਇੱਜ਼ਤ ਮਾਣ, ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ, ਸਤਿਕਾਰ ਮਿਲਦਾ ਹੈ। ਸਰਬ ਸੁਖਾਂ ਨਿਧ ਚਰਨ ਹਾਰ, ਭਉਜਲ ਵਿਖਮ ਤਰੇ। ਸਾਰਾ ਹੀ ਸੰਸਾਰ ਸੁਖ ਲੱਭਦਾ ਹੈ, ਪਰ ਗੁਰੂ ਸਾਹਿਬ ਆਖਦੇ ਸੁਖ ਭਾਈ ਮਿਲਨੇ ਕਿੱਥੋਂ ਨੇ?
ਸਰਬ ਸੁਖਾਂ ਨਿਧ ਚਰਨ ਹਰ, ਸਾਰੇ ਸੁਖ ਵਾਹਿਗੁਰੂ ਦੇ ਚਰਨਾਂ ਵਿੱਚ ਨੇ ਭਾਈ। ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਤੈਨੂੰ ਸਾਰੇ ਸੁੱਖ ਮਿਲ ਜਾਣਗੇ। ਭੌਜਲ ਵਿਖਮ ਤਰੇ, ਤੇ ਨਾਮ ਜਪ ਕੇ ਭਾਈ ਜਿੱਥੇ ਸਾਰੇ ਸੁੱਖ ਪ੍ਰਾਪਤ ਕਰੇਗਾ, ਉੱਥੇ ਭਾਈ ਇਸ ਔਖੇ ਸਮੁੰਦਰ ਨੂੰ ਜਿਹਨੂੰ ਤਰਨਾ ਬੜਾ ਔਖਾ ਹੈ, ਭਵ ਸਾਗਰ ਨੂੰ ਭਾਈ ਤੂੰ ਤਰ ਜਾਏਗਾ। ਅੱਗੇ ਕਿਰਪਾ ਕੀਤੀ ਹੈ, ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ, ਭਗਤੀ ਦੀ ਦਾਤ ਬਖਸ਼ੀ ਹੈ, ਨਾਮ ਦੀ ਦਾਤ ਵਾਹਿਗੁਰੂ ਬਖਸ਼ਦਾ ਹੈ। ਵਿਖਿਆ ਨਾਹੀ ਜਰੇ, ਉਹ ਨਾਮ ਜਪ ਜਪ ਕੇ ਭਗਤ ਫਿਰ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦੇ ਤੇ ਉਹਨਾਂ ਦੇ ਜੀਵਨ ਵਿੱਚ ਬਦਲਾਅ ਆਉਂਦਾ ਹੈ। ਗੁਰੂ ਸਾਹਿਬ ਆਖਦੇ ਨੇ, ਕੂੜ ਗਏ, ਕੂੜ ਤੋਂ ਭਾਵ ਹੈ ਝੂਠ, ਦੁਬਦਹਨ ਸੀ, ਉਹਨਾਂ ਦੇ ਅੰਦਰੋਂ ਝੂਠ ਲਾਲਚ ਖਤਮ ਹੋ ਜਾਂਦਾ ਹੈ, ਭਟਕਣਾ ਮੁੱਕ ਜਾਂਦੀ ਹੈ। ਪੂਰਨ ਸੱਚ ਭਰੇ, ਉਹ ਨੱਕੋ ਨੱਕ ਸੱਚ ਦੇ ਨਾਲ ਭਰ ਜਾਂਦੇ ਨੇ। ਜਿਹੜਾ ਸਤਸੰਗੀ ਹੈ, ਜੋ ਗੁਰੂ ਨਾਲ ਜੁੜਿਆ ਹੈ, ਉਹਦੇ ਅੰਦਰ ਗੁਰੂ ਸਾਹਿਬ ਆਖਦੇ ਨੇ ਪਹਿਲਾ ਬਦਲਾਅ ਇਹ ਆਉਂਦਾ ਹੈ, ਨਾਮ ਜਪ ਕੇ ਉਹਦੇ ਅੰਦਰੋਂ ਝੂਠ ਮੁੱਕ ਜਾਂਦਾ ਹੈ, ਭਟਕਣਾ ਮੁੱਕ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ, ਇੱਕੋ ਵਾਹਿਗੁਰੂ ਨੂੰ ਆਪਣੇ ਮਨ ਅੰਦਰ ਸਿਮਰਨਾ ਕਰਦੇ ਨੇ। ਕਹਿਣ ਤੋਂ ਭਾਵ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਵੀ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਇੱਕੋ ਵਾਹਿਗੁਰੂ ਹੈ, ਇੱਕੋ ਸ਼ਕਤੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਜਿਨ੍ਹਾਂ ਉੱਤੇ ਵਾਹਿਗੁਰੂ ਨੇ ਨਦਰ ਕਰ ਦਿੱਤੀ, ਆਪਣੀ ਕਿਰਪਾ ਕਰ ਦਿੱਤੀ, ਇਹਨਾਂ ਨੂੰ ਇਹ ਵੀ ਸਮਝ ਲੱਗ ਜਾਂਦੀ ਹੈ ਵੀ ਕੋਈ ਦਿਨ ਮਾੜਾ ਨਹੀਂ, ਕੋਈ ਮਹੀਨਾ ਮਾੜਾ ਨਹੀਂ, ਵੀ ਸਾਰੇ ਦਿਨ, ਸਾਰੇ ਮਹੀਨੇ, ਸਾਰੇ ਮਹੂਰਤ ਭਾਈ ਚੰਗੇ ਨੇ। ਮਹਾ ਤੋਂ ਭਾਵ ਹੈ ਮਹੀਨਾ, ਦਿਵਸ ਤੋਂ ਭਾਵ ਹੈ ਦਿਨ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਵੀ ਕੋਈ ਐਸਾ ਮਹੂਰਤ ਨਹੀਂ ਜਿਹੜਾ ਚੰਗਾ ਨਾ ਹੋਵੇ, ਐਸਾ ਕੋਈ ਮਹੀਨਾ ਨਹੀਂ, ਐਸਾ ਕੋਈ ਦਿਨ ਨਹੀਂ ਵੀ ਜਿਹੜਾ ਚੰਗਾ ਨਾ ਹੋਵੇ। ਗੁਰੂ ਸਾਹਿਬ ਆਖਦੇ ਸਾਰੇ ਦਿਨ ਭਾਈ ਚੰਗੇ ਨੇ ਜੇਕਰ ਤੂੰ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਜਿਸ ਦਿਨ ਤੈਨੂੰ ਵਾਹਿਗੁਰੂ ਦੀ ਯਾਦ ਆ ਗਈ, ਵਾਹਿਗੁਰੂ ਨੂੰ ਯਾਦ ਕਰਕੇ ਤੂੰ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਹੈ, ਉਹ ਦਿਨ ਤੇਰਾ ਚੰਗਾ ਹੈ, ਭਾਗਾ ਵਾਲਾ ਹੈ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ। ਫਿੱਟ ਭਲੇਰੀ ਰੁੱਤ, ਜਿਸ ਦਿਨ ਵਾਹਿਗੁਰੂ ਤੈਨੂੰ ਭੁੱਲ ਗਿਆ, ਵਾਹਿਗੁਰੂ ਨੂੰ ਯਾਦ ਕੀਤਿਆਂ ਬਗੈਰ ਭਾਈ ਤੂੰ ਦਿਨ ਦੀ ਸ਼ੁਰੂਆਤ ਕਰਦਾ ਹੈ, ਉਹ ਦਿਨ ਤੇਰੇ ਲਈ ਮਾੜਾ ਹੋ ਸਕਦਾ ਹੈ। ਜੇਕਰ ਵਾਹਿਗੁਰੂ ਦੀ ਯਾਦ ਤੇਰੇ ਹਿਰਦੇ ਵਿੱਚ ਹੈ, ਵਾਹਿਗੁਰੂ ਨੂੰ ਸਿਮਰ ਕੇ ਸ਼ੁਕਰਾਨਾ ਕਰਕੇ ਤੂੰ ਦਿਨ ਦੀ ਸ਼ੁਰੂਆਤ ਕੀਤੀ ਹੈ, ਫਿਰ ਗੁਰੂ ਤੇਰੇ ਅੰਗ ਸੰਗ ਹੈ ਭਾਈ। ਦਿਨ ਸਾਰੇ ਤੇਰੇ ਲਈ ਚੰਗੇ ਨੇ। ਅਖੀਰ ਤੇ ਕਿਰਪਾ ਕੀਤੀ ਹੈ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹੋਰੇ। ਅਖੀਰ ਤੇ ਗੁਰੂ ਸਾਹਿਬ ਆਖਦੇ ਨੇ, ਹੇ ਵਾਹਿਗੁਰੂ, ਮੈਂ ਤੁਹਾਡੇ ਕੋਲੋਂ ਇੱਕ ਦਾਨ ਮੰਗਦਾ ਹਾਂ, ਇੱਕ ਦਾਤ ਮੰਗਦਾ ਹਾਂ ਕਿ ਮੈਨੂੰ ਆਪਣਾ ਦੀਦਾਰ ਬਖਸ਼ੋ, ਆਪਣਾ ਦਰਸ਼ਨ ਬਖਸ਼ੋ। ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ, ਵਾਹਿਗੁਰੂ ਦੇ ਦਰਸ਼ਨਾਂ ਦੀ ਜੋ ਤੜਫ ਮਨ ਅੰਦਰ ਸੀ, ਉਹ ਮੰਗੀ ਹੈ। ਗੁਰੂ ਸਾਹਿਬ ਤਾਂ ਪਰਮੇਸ਼ਰ ਰੂਪ ਸਨ। ਇਹ ਵਾਹਿਗੁਰੂ ਕਿਰਪਾ ਕਰਕੇ ਆਪਣਾ ਦਰਸ਼ਨ, ਆਪਣੇ ਦੀਦਾਰ ਦੀ ਦਾਤ ਮੈਨੂੰ ਬਖਸ਼ਿਸ਼ ਕਰੋ ਵੀ ਮੈਂ ਤੁਹਾਡੇ ਦਰਸ਼ਨ ਕਰ ਸਕਾਂ। ਭਾਈ ਨੰਦ ਲਾਲ ਜੀ ਹੋਏ ਨੇ ਕਲਗੀਧਰ ਪਾਤਸ਼ਾਹ ਜੀ ਦੇ ਆਨੰਦ ਸਿੱਖ। ਇਸ ਮਹੀਨੇ ਵਿੱਚ ਜੋ ਸਤਿਗੁਰੂ ਜੀ ਨੇ ਆਤਮਿਕ ਆਨੰਦ ਦੀ ਗੱਲ ਕੀਤੀ ਹੈ, ਵੀ ਨਾਮ ਜਪਣ ਵਾਲਾ ਜਿੱਥੇ ਆਤਮਿਕ ਆਨੰਦ ਨੂੰ ਮਾਣਦਾ ਹੈ, ਉੱਥੇ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਵੀ ਫਿਰ ਬ੍ਰਹਮ ਹੋ ਜਾਂਦੀ ਹੈ। ਉਹਦੇ ਵਿੱਚ ਵੀ ਬਦਲਾਅ ਆਉਂਦਾ, ਉਹ ਜਿੱਧਰ ਵੀ ਵੇਖਦਾ ਹੈ ਉਹਨੂੰ ਵਾਹਿਗੁਰੂ ਦਾ ਰੂਪ ਨਜ਼ਰ ਆਉਂਦਾ ਹੈ। ਦੀਵਾਨ ਸਜਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੇ ਸੁਭਾਏ ਮਾਨ ਨੇ। ਇੱਕ ਸਿੱਖ ਆਉਂਦਾ ਹੈ, ਬਹੁਤ ਹੀ ਕੀਮਤੀ ਵਸਤਰ ਪੋਸ਼ਾਕ ਲਿਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਭੇਟਾ ਕਰਦਾ ਤੇ ਨਾਲ ਆਖਦਾ, ਸਤਿਗੁਰੂ ਜੀ, ਮੇਰੇ ਮਨ ਦੀ ਇੱਕ ਇੱਛਾ ਹੈ, ਮੇਰੇ ਮਨ ਦੀ ਇੱਕ ਸ਼ਰਧਾ ਹੈ ਵੀ ਮੈਂ ਇੱਕ ਭਾਵਨਾ ਲੈ ਕੇ ਤੁਹਾਡੇ ਦਰਬਾਰ ਵਿੱਚ ਆਇਆ, ਵੀ ਜਿਹੜਾ ਪੋਸ਼ਾਕਾਂ ਮੈਂ ਤੁਹਾਡੇ ਲਈ ਲੈ ਕੇ ਆਇਆ, ਜਿਹੜੇ ਵਸਤਰ ਮੈਂ ਤੁਹਾਡੇ ਲਈ ਲੈ ਕੇ ਆਇਆ, ਵੀ ਤੁਸੀਂ ਇਹਨੂੰ ਆਪ ਪਹਿਨੋ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ, ਇਹਨੂੰ ਅੰਗੀਕਾਰ ਕਰੋ। ਤੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਗੁਰਸਿੱਖ ਕੋਲੋਂ ਵਸਤਰ ਲੈ ਲਏ
ਤੇ ਜਿਵੇਂ ਹੀ ਦੀਵਾਨ ਮੁੱਕਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਭਾਈ ਆਨੰਦ ਲਾਲ ਨੂੰ ਆਵਾਜ਼ ਮਾਰੀ। ਭਾਈ ਆਨੰਦ ਲਾਲ ਜੀ ਕੋਲ ਆਏ ਤੇ ਸਤਿਗੁਰੂ ਜੀ ਨੇ ਕੀਮਤੀ ਵਸਤਰ ਭਾਈ ਆਨੰਦ ਲਾਲ ਜੀ ਦੇ ਹੱਥ ਤੇ ਰੱਖ ਦਿੱਤੇ ਤੇ ਨਾਲ ਆਖਿਆ, ਬਚਨ ਕੀਤੇ, ਭਾਈ ਆਨੰਦ ਲਾਲ, ਸਾਡੇ ਵੀ ਮਨ ਦੀ ਇੱਕ ਇੱਛਾ ਹੈ, ਭਾਵਨਾ ਹੈ ਵੀ ਇਹ ਵਸਤਰ ਜੋ ਅਸੀਂ ਤੈਨੂੰ ਦਿੱਤੇ ਨੇ, ਤੂੰ ਇਹਨੂੰ ਪਹਿਨ ਕੇ ਕੱਲ ਦਰਬਾਰ ਵਿੱਚ ਆਉਣਾ ਹੈ। ਭਾਈ ਆਨੰਦ ਲਾਲ ਜੀ ਨੇ ਸਤਿਵਚਨ ਆਖਿਆ, ਵਸਤਰ ਲੈ ਕੇ ਰੱਖ ਲਏ। ਦੀਵਾਨ ਦੀ ਸਮਾਪਤੀ ਹੋਈ ਤੇ ਜਦੋਂ ਭਾਈ ਆਨੰਦ ਲਾਲ ਜੀ ਦਰਵਾਜ਼ੇ ਕੋਲ ਗਏ, ਉੱਥੇ ਇੱਕ ਗਰੀਬ ਮੰਗਤਾ ਨਜ਼ਰ ਆਇਆ ਜਿਹਦਾ ਲਿਬਾਸ ਵਸਤਰ ਪਾਟੇ ਹੋਏ, ਤੇ ਭਾਈ ਆਨੰਦ ਲਾਲ ਜੀ ਨੂੰ ਆਖਦਾ ਹੈ, ਗੁਰਸਿੱਖਾ, ਮੈਨੂੰ ਤੂੰ ਵਸਤਰ ਭੇਟਾ ਕਰ, ਮੇਰੇ ਵਸਤਰ ਪਾਟੇ ਹੋਏ ਨੇ, ਮੈਨੂੰ ਵਸਤਰਾਂ ਦੀ ਲੋੜ ਹੈ। ਭਾਈ ਆਨੰਦ ਲਾਲ ਜੀ ਨੇ ਰੱਤਾ ਭਰ ਵੀ ਦੇਰੀ ਨਾ ਕੀਤੀ, ਵਸਤਰ ਉਸ ਭਿਖਾਰੀ ਨੂੰ ਦੇ ਦਿੱਤੇ। ਹੁਣ ਗੁਰੂ ਦਾ ਹੁਕਮ ਸੀ, ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਭਾਈ ਆਨੰਦ ਲਾਲ, ਕੱਲ ਤੂੰ ਵਸਤਰ ਪਹਿਨ ਕੇ ਆਉਣੇ ਨੇ, ਤੇ ਵਸਤਰ ਗਰੀਬ ਮੰਗਤੇ ਨੂੰ ਦੇ ਦਿੱਤੇ। ਅਗਲਾ ਦਿਨ ਹੋਇਆ, ਸਿੱਖ ਸੰਗਤ ਜੋ ਨਾਲ ਬੈਠੀ ਸੀ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸੁਣੇ ਸਨ, ਉਹਨਾਂ ਨੇ ਜਾ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਤ ਲਾਈ, ਸਤਿਗੁਰੂ ਜੀ, ਭਾਈ ਆਨੰਦ ਲਾਲ ਨੇ ਤੁਹਾਡੇ ਬਚਨਾਂ ਨੂੰ ਮੋੜਿਆ, ਤੁਹਾਡੇ ਹੁਕਮ ਨੂੰ ਨਹੀਂ ਮੰਨਿਆ। ਤੁਸੀਂ ਹੁਕਮ ਕੀਤਾ ਸੀ ਵੀ ਕੀਮਤੀ ਵਸਤਰ ਨੇ, ਵੀ ਕੱਲ ਆਪ ਪਹਿਨ ਕੇ ਆਉਣੇ ਨੇ, ਪਰ ਭਾਈ ਆਨੰਦ ਲਾਲ ਨੇ ਇੱਕ ਮੰਗਤੇ ਨੂੰ ਜਾ ਕੇ ਵਸਤਰ ਦੇ ਦਿੱਤੇ ਨੇ। ਕਲਗੀਧਰ ਪਾਤਸ਼ਾਹ ਜੀ ਨੇ ਭਾਈ ਆਨੰਦ ਲਾਲ ਜੀ ਨੂੰ ਬੁਲਾਇਆ, ਆਖਿਆ, ਭਾਈ ਆਨੰਦ ਲਾਲਾ, ਵਸਤਰ ਅਸੀਂ ਤੈਨੂੰ ਪਾਉਣ ਵਾਸਤੇ ਦਿੱਤੇ ਸਨ ਵੀ ਤੂੰ ਕੱਲ ਪਾ ਕੇ ਦਰਬਾਰ ਵਿੱਚ ਆਉਣਾ, ਪਰ ਤੂੰ ਇੱਕ ਮੰਗਤੇ, ਇੱਕ ਗਰੀਬ ਨੂੰ ਵਸਤਰ ਦੇ ਦਿੱਤੇ ਨੇ। ਸੰਗਤ ਆਖਦੀ ਹੈ। ਉੱਥੇ ਭਾਈ ਆਨੰਦ ਲਾਲ ਜੀ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਜੀ, ਮੈਨੂੰ ਸੰਗਤ ਦਾ ਤਾਂ ਪਤਾ ਨਹੀਂ, ਪਰ ਮੈਂ ਤੁਹਾਡੇ ਕੋਤਕਾਂ ਤੋਂ ਬੜਾ ਹੈਰਾਨ ਆ ਵੀ ਸੰਗਤ ਵਿੱਚ ਬੈਠੇ ਹੋਏ ਨੂੰ ਆਵਾਜ਼ ਮਾਰ ਦਿਓ, ਭਾਈ ਆਨੰਦ ਲਾਲ ਵਸਤਰ ਲੈ, ਤੇ ਮੈਨੂੰ ਵਸਤਰ ਦਿੰਦੇ ਹੋ। ਕੁਝ ਚਿਰ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਦਰਵਾਜ਼ੇ ਤੇ ਜਾ ਕੇ ਮੇਰੇ ਕੋਲੋਂ ਵਸਤਰ ਵਾਪਸ ਮੰਗਦੇ ਹੋ ਵੀ ਮੇਰੇ ਵਸਤਰ ਪਾਟੇ ਹੋਏ ਨੇ, ਮੈਨੂੰ ਵਸਤਰਾਂ ਦੀ ਲੋੜ ਹੈ, ਮੇਰੇ ਕੋਲੋਂ ਵਸਤਰ ਵਾਪਸ ਮੰਗ ਲੈਂਦੇ ਹੋ। ਅੱਜ ਦੂਜਾ ਦਿਨ ਹੋਇਆ, ਅੱਜ ਤੁਸੀਂ ਮੈਨੂੰ ਪੁੱਛ ਰਹੇ ਹੋ ਵੀ ਤੂੰ ਸਾਡਾ ਹੁਕਮ ਨਹੀਂ ਮੰਨਿਆ। ਆਪ ਹੀ ਕੁਝ ਚਿਰ ਪਹਿਲਾਂ ਵਸਤਰ ਦਿੱਤੇ ਤੇ ਆਪ ਹੀ ਜਾ ਕੇ ਦਰਵਾਜ਼ੇ ਤੇ ਵਸਤਰ ਮੰਗ ਲਏ, ਤੇ ਸਤਿਗੁਰੂ ਜੀ, ਪੁੱਛ ਵੀ ਤੁਸੀਂ ਰਹੇ ਹੋ, ਮੈਨੂੰ ਤੁਹਾਡੇ ਕੋਤਕ ਦੀ ਸਮਝ ਨਹੀਂ ਆਈ, ਸੰਗਤ ਦਾ ਤਾਂ ਮੈਨੂੰ ਪਤਾ ਨਹੀਂ। ਕਲਗੀਧਰ ਪਾਤਸ਼ਾਹ ਜੀ ਉੱਠੇ, ਭਾਈ ਆਨੰਦ ਲਾਲ ਨੂੰ ਗਲਵੱਕੜੀ ਵਿੱਚ ਲੈ ਲਿਆ, ਆਖਿਆ, ਭਾਈ ਆਨੰਦ ਲਾਲ, ਨਾਮ ਜਪ ਜਪ ਕੇ ਸੇਵਾ ਕਰਕੇ ਜਿਹੜੀ ਤੇਰੀ ਦ੍ਰਿਸ਼ਟੀ ਹੈ ਬ੍ਰਹਮ ਹੋ ਚੁੱਕੀ ਹੈ, ਤੈਨੂੰ ਹਰੇਕ ਵਿੱਚ ਮੇਰਾ ਹੀ ਰੂਪ ਨਜ਼ਰ ਆਉਂਦਾ ਹੈ। ਹੁਣ ਦੂਜਿਆਂ ਨੂੰ ਵੇਖਣ ਵਾਲਿਆਂ ਨੂੰ ਮੰਗਤਾ ਨਜ਼ਰ ਆਇਆ, ਪਰ ਭਾਈ ਆਨੰਦ ਲਾਲ ਜੀ ਦ੍ਰਿਸ਼ਟੀ ਵਿੱਚ ਫਰਕ ਪੈ ਗਿਆ ਸੀ, ਬ੍ਰਹਮ ਦ੍ਰਿਸ਼ਟੀ ਹੋ ਚੁੱਕੀ ਸੀ। ਉਹਨਾਂ ਨੂੰ ਮੰਗਤੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਆਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਦ੍ਰਿਸ਼ਟੀ ਵਿੱਚ ਐਸਾ ਬਦਲਾਅ ਆਉਂਦਾ ਹੈ, ਫਿਰ ਮਨੁੱਖ ਜਿੱਧਰ ਵੀ ਵੇਖਦਾ ਹੈ, ਸਾਰੀ ਖਲਕਤ ਵਿੱਚ ਉਸ ਪਰਮਾਤਮਾ ਦਾ ਰੂਪ ਨਜ਼ਰ ਆਉਂਦਾ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਅਵਸਥਾ ਬਣ ਜਾਂਦੀ ਹੈ। ਸੋ ਇਸ ਮਹੀਨੇ ਵਿੱਚ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਆਨੰਦ ਸਦੀਵੀ ਬਣਿਆ ਰਹੇਗਾ, ਉਹਦੇ ਵਾਸਤੇ ਤੈਨੂੰ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਪਵੇਗਾ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਸੁਰਤ ਜੋੜ ਕੇ, ਗੁਰਬਾਣੀ ਦਾ ਭਾਈ ਤੂੰ ਜਦੋਂ ਜਾਪ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਗੁਰੂ ਨੇ ਤੈਨੂੰ ਆਤਮਿਕ ਆਨੰਦ ਬਖਸ਼ਣਾ ਹੈ, ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਸੋ ਅਰਦਾਸ ਕਰੇ ਵਾਹਿਗੁਰੂ ਅੱਗੇ ਸਤਿਗੁਰੂ ਜੀ ਕਿਰਪਾ ਕਰਨ। ਇਹ ਜੋ ਮਹੀਨਾ ਪ੍ਰਾਰੰਭ ਹੋਇਆ ਹੈ, ਸਮੁੱਚੇ ਸੰਸਾਰ ਦਾ, ਸਾਰੇ ਸਮਸਤ ਜੀਵਾਂ ਦਾ ਸਤਿਗੁਰੂ ਜੀ ਆਪਣੇ ਭਾਣੇ ਵਿੱਚ ਸੁਖਮਈ ਆਨੰਦਮਈ ਬਤੀਤ ਕਰਾਉਣ, ਸਭਨਾਂ ਦੇ ਸਿਰ ਤੇ ਆਪਣਾ ਮਿਹਰਾਂ ਪ੍ਰਤ ਬਣਾਈ ਰੱਖਣ, ਸਭਨਾਂ ਦੀਆਂ ਮਨੋ ਭਾਵਨਾਵਾਂ ਸਤਿਗੁਰੂ ਜੀ ਸੰਪੂਰਨ ਕਰਨ, ਚਰਨਾਂ ਦਾ ਪਿਆਰ